मेरी तरफों सारिਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਗੁੱਡ ਇਵਨਿੰਗਸ। ਅੱਜ ਦੀ ਵੀਡੀਓ ਮੈਂ ਉਹਨਾਂ ਵਿਦਿਆਰਥੀਆਂ ਵਾਸਤੇ ਬਣਾਈ ਹੈ ਜੋ ਹਾਲ ਦੀ ਘੜੀ ਭਾਰਤ ਵਿੱਚ ਨੇ ਤੇ ਉਹਨਾਂ ਦੇ ਸਟੱਡੀ ਪਰਮਿਟ ਰਿਫਿਊਜ਼ ਕਿਉਂ ਹੁੰਦੇ ਨੇ। ਦੇਖੋ 2 ਸਾਲ ਕਰੋਨਾ ਤੋਂ ਪਹਿਲਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ, ਪਰ ਇਹ 2 ਸਾਲਾਂ ਦੇ ਵਿਚਕਾਰ ਬਹੁਤ ਕੁਝ ਚੇਂਜਸ ਹੋ ਗਈਆਂ। ਬਹੁਤ ਸਾਰੇ ਬੰਦੇ ਰਿਟਾਇਰ ਹੋ ਗਏ ਤੇ ਬਹੁਤ ਸਾਰੇ ਜਿਹੜੇ ਇਨਸਾਨ ਸੀਗੇ ਉਹਦਾ ਪ੍ਰੋਫੈਸ਼ਨ ਹੀ ਚੇਂਜ ਕਰ ਗਏ। ਤੇ ਇਹਦੇ ਲਗਭਗ 15 ਕਾਰਨ ਨੇ। ਸਭ ਤੋਂ ਪਹਿਲਾ ਕਾਰਨ ਕੀ ਹੁੰਦਾ ਹੈ ਕਿ ਦੇਖੋ ਭਾਰਤ ਤੋਂ ਕੈਨੇਡਾ ਆਉਣ ਵਾਸਤੇ ਲਗਭਗ 80 ਕੁ ਰਸਤੇ ਨੇ। ਸਟੱਡੀ ਪਰਮਿਟ 150 ਦੇਸ਼ਾਂ ਤੇ ਸਟੂਡੈਂਟਸ ਆਉਂਦੇ ਨੇ, ਪਰ ਇਹਦੀ ਕੰਡੀਸ਼ਨ ਇੱਕ ਡਿਫਰੈਂਟ ਹੁੰਦੀ ਹੈ। ਸਭ ਤੋਂ ਟਫ ਕੰਡੀਸ਼ਨ ਕੀ ਹੁੰਦੀ ਹੈ ਕਿ ਸਟੱਡੀ ਖਤਮ ਹੋਣ ਤੋਂ ਬਾਅਦ ਤੁਸੀਂ ਵਾਪਸ ਆਪਦੇ ਮਦਰ ਕੰਟਰੀ ਜਾਓਗੇ। ਜਦ ਵੀ ਤੁਸੀਂ ਆਪਦੀ ਸਟੇਟਮੈਂਟ ਆਫ ਪਰਪਸ, ਜਿਹਨੂੰ ਤੁਸੀਂ SOP ਕਹਿੰਦੇ ਜੇ ਉਹਦੇ ਵਿੱਚ ਤੁਸੀਂ ਕੁਝ ਵੀ ਮੈਂਸ਼ਨ ਕਰ ਦਿੱਤਾ ਕਿ ਜੀ ਮੈਂ ਸਟੱਡੀ ਖਤਮ ਹੋਣ ਤੋਂ ਬਾਅਦ ਵਾਪਸ ਆਪਦੇ ਦੇਸ਼ ਜਾਊਂਗਾ, ਉਹਦੇ ਨਾਲ ਲਿਖੋ ਇਟ ਇਜ਼ ਫਾਈਨ। ਜੇ ਲਿਖ ਦਿਓਗੇ ਤਾਂ ਜੇ ਤੁਹਾਨੂੰ PR ਲੈਣ ਵੇਲੇ ਕਿਸੇ ਵੀਜ਼ਾ ਅਫਸਰ ਨੇ ਉਹ ਲਫ਼ਜ਼ ਪੜ੍ਹ ਲਏ ਕਿ ਤੁਸੀਂ ਇਹ ਗੱਲ ਲਿਖ ਕੇ ਦੇ ਕੇ ਆਏ ਸੀ ਕਿ ਤੁਸੀਂ ਮਦਰ ਕੰਟਰੀ ਵਾਪਸ ਜਾਓਗੇ, ਤਾਂ ਉਹ ਤੁਹਾਡੇ ਤੇ ਉਲਟੀ ਕਾਰਵਾਈ ਪਾ ਸਕਦਾ ਹੈ। ਸੋ ਬੀ ਲਿਟਲ ਕੇਅਰਫੁਲ ਸਟੱਡੀ ਪਰਮਿਟ ਦੇ ਟਾਈਮ ਦੇ ਉੱਤੇ। ਦੂਜਾ ਕੀ ਹੁੰਦਾ ਹੈ ਕਿ 1 ਲੱਖ ਇਸ ਸਾਲ 1,80,000 ਲੋਕਾਂ ਨੇ ਕੈਨੇਡਾ ਦੇ ਵਿਚਕਾਰ ਰਿਫਿਊਜੀ ਸਟੇਟਸ ਦੇ ਉੱਤੇ ਚਲੇ ਗਏ, ਜਿਹਦੇ ਵਿੱਚੋਂ 11,000 ਇੰਟਰਨੈਸ਼ਨਲ ਸਟੂਡੈਂਟ ਜੋ ਭਾਰਤ ਤੋਂ ਕੈਨੇਡਾ ਪੜ੍ਹਨ ਲਈ ਆਏ ਸੀ, ਉਹ ਸ਼ਰਨਾਰਥੀ ਬਣ ਕੇ ਉਸ ਕੈਂਪ ਦੇ ਵਿਚਕਾਰ ਉਹਨਾਂ ਨੇ ਆਪਦਾ ਕਲੇਮ ਕੀਤਾ। ਦੇਖੋ ਸ਼ਰਨਾਰਥੀ ਹੋਣ ਦਾ ਮਤਲਬ ਕੀ ਹੈ ਕਿ ਸਰਕਾਰ ਨੂੰ ਉਹਨਾਂ ਨੂੰ ਰੋਟੀ ਦੇਣੀ ਪਊਗੀ, ਰਹਿਣ ਸਹਿਣ ਨੂੰ ਜਗ੍ਹਾ ਦੇਣੀ ਪਊਗੀ ਤੇ ਉਹਨਾਂ ਨੂੰ ਕੋਈ ਸਿਖਲਾਈ ਦੇਣੀ ਪਊਗੀ। ਸਾਡੇ ਬੱਚੇ ਜਿਹੜੇ ਭਾਰਤ ਤੋਂ ਆਉਂਦੇ ਨੇ ਉਹ ਇਸ ਗੱਲ ਨੂੰ ਸਮਝਦੇ ਨਹੀਂ ਹਨ। ਉਹ ਸਿਰਫ ਇਸ ਗੱਲ ਤੇ ਜ਼ੋਰ ਲਾਉਂਦੇ ਨੇ ਕਿ ਵੀ ਜੀ ਮੈਂ ਤਾਂ ਇੱਕ ਵਾਰ ਕੈਨੇਡਾ ਆ ਗਿਆ, ਹੁਣ ਵਾਪਸ ਜਾਣ ਵਾਲਾ ਨਹੀਂ ਹਾਂ। ਪਰ ਇਟ ਡਜ਼ ਨਾਟ ਵਰਕ ਲਾਈਕ ਦਿਸ। ਕੈਨੇਡਾ ਦੀ ਆਬਾਦੀ 3.5 ਤੋਂ 4 ਕਰੋੜ ਦੇ ਵਿੱਚ ਹੈ ਤੇ ਜੇ ਉਹਦੇ 2 ਲੱਖ ਬੰਦੇ ਨੂੰ ਰਿਫਿਊਜੀ ਸਟੇਟਸ ਤੇ ਲੈਣਾ ਪਵੇ, ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਤਾਂ ਉਸ ਦੇਸ਼ ਦਾ ਕੀ ਹਰਸ਼ ਹੋਏਗਾ। ਕੈਨੇਡਾ ਨੂੰ ਜ਼ਰੂਰਤ ਹੈ ਲੇਬਰ ਫੋਰਸ ਦੀ, ਤੇ ਆਪਣੇ ਜਿੰਨੇ ਵੀ ਸਟੂਡੈਂਟ ਆਉਂਦੇ ਨੇ, ਕੋਈ MBA ਦਾਖਲਾ ਲੈ ਰਿਹਾ, ਕੋਈ MCA ਦਾਖਲਾ ਲੈ ਰਿਹਾ, ਕੋਈ PhD ਵਿੱਚ ਦਾਖਲਾ ਲੈ ਰਿਹਾ, ਵੀ ਬੇਸਿਕਲੀ ਉਹ ਚੱਜ ਦਾ ਕੋਰਸ ਤਾਂ ਲੈਂਦੇ ਨਹੀਂ। ਕਾਰਨ ਕੀ ਹੁੰਦਾ? ਦੇਖੋ ਕੈਨੇਡਾ ਦੇ ਵਿਚਕਾਰ ਵਾਈਟ ਕਾਲਰ ਜੌਬ ਬਹੁਤ ਘੱਟ ਹੁੰਦੀ ਹੈ ਤੇ ਮੋਸਟਲੀ ਜਿਹੜੇ ਮਾਲਕ ਨੇ ਉਹੀ ਵਾਈਟ ਕਾਲਰ 'ਚ ਹੁੰਦੇ ਨੇ, ਈਵਨ ਉਹ ਵੀ ਕੰਮ ਕਰਦੇ ਨੇ। ਬਾਕੀ ਸਾਰੇ ਬਲੂ ਕਾਲਰ ਜੌਬ ਹੁੰਦੀ ਹੈ। ਬਲੂ ਕਾਲਰ ਜੌਬ ਮੀਨਸ ਲੇਬਰ ਵਰਕ ਫੋਰਸ। ਹਾਂ, ਤੁਹਾਡੀ ਗੱਲ ਮੈਂ ਮੰਨਦਾ ਹਾਂ ਕਿ ਜਿਹੜੀ ਲੇਬਰ ਵਰਕ ਫੋਰਸ ਹੈ ਉਹ ਭਾਰਤ ਤੇ ਕੈਨੇਡਾ 'ਚ ਬਹੁਤ ਜ਼ਿਆਦਾ ਡਿਫਰੈਂਸ ਹੈ। ਇੱਥੇ ਸਾਰਾ ਕੰਮ ਮਸ਼ੀਨਰੀ ਦੇ ਨਾਲ ਕੀਤਾ ਜਾਂਦਾ ਹੈ ਤੇ ਭਾਰਤ ਵਿੱਚ ਟੋਟਲੀ ਕੰਮ ਹੱਥ ਨਾਲ ਕੀਤਾ ਜਾਂਦਾ ਹੈ। ਸੋ ਇਹਨਾਂ ਦੋਨਾਂ ਵਿੱਚ ਚੀਜ਼ਾਂ ਇਹ ਫਰਕ ਹੈ। ਇੱਕ ਕੀ ਹੈ ਕਿ ਇੱਥੇ ਟੋਟਲੀ ਕੰਮ ਯੂਨੀਅਨਾਈਜ਼ਡ ਹੈ। ਯੂਨੀਅਨਾਈਜ਼ ਦਾ ਮਤਲਬ ਇਹ ਨਹੀਂ ਕਿ ਉਹ ਮੁਰਦਾਬਾਦ ਕਰਦੇ ਰਹਿੰਦੇ ਨੇ ਸਰਕਾਰ ਦੀ, ਉਹ ਤਾਂ ਅਲਾਉਡ ਨਹੀਂ ਹੈ ਇੱਥੇ। ਪਰ ਉਹ ਇਹਨਾਂ ਦਾ ਇੰਟਰਸਟ ਹੈ ਕਿਉਂਕਿ ਜਿਹੜੇ ਲੋਕਲ ਯੂਨੀਅਨਸ ਨੇ ਉਹਨਾਂ ਦੇ ਮੈਂਬਰ ਨੂੰ ਸਭ ਤੋਂ ਜ਼ਿਆਦਾ ਤਨਖਾਹ ਦਿੱਤੀ ਜਾਂਦੀ ਹੈ। ਫੋਰ ਐਗਜ਼ਾਮਪਲ, ਮੈਂ ਬ੍ਰਿਟਿਸ਼ ਕੋਲੰਬੀਆ 'ਚ ਰਹਿੰਦਾ। ਇੱਥੇ ਜਿਹੜਾ ਇਲੈਕਟ੍ਰੀਸਿਟੀ ਡਿਪਾਰਟਮੈਂਟ ਹੈ ਉਹਦੇ ਵਿੱਚ ਸਿਰਫ ਕੈਨੇਡੀਅਨ ਬੋਰਨ ਬੱਚੇ ਹੀ ਦਾਖਲਾ ਲੈ ਸਕਦੇ ਨੇ ਤੇ ਉਹਦੀ ਨੌਕਰੀ ਕਰ ਸਕਦੇ ਨੇ ਤੇ ਉਹਨਾਂ ਨੂੰ ਹੀ ਹਾਇਰ ਕੀਤਾ ਜਾਂਦਾ ਹੈ। ਜਿਹੜੇ ਅਸੀਂ ਬਾਹਰਲੇ ਦੇਸ਼ਾਂ ਤੋਂ ਪੈਦਾ ਹੁੰਦੇ ਕਿਉਂ ਇੱਥੇ ਆਉਂਦੇ ਹਾਂ, ਪੜ੍ਹਾਈ ਵਗੈਰਾ ਲਈ ਆਉਂਦੇ ਹਾਂ, ਸਾਨੂੰ ਉਹ ਸਹੂਲਤ ਉਪਲਬਧ ਨਹੀਂ ਹੈ। ਸੋ ਉਹ ਜਿਹੜੀਆਂ ਯੂਨੀਅਨਸ ਨੇ ਉਹ ਚੰਗੇ ਕੋਰਸ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਾਖਲਾ ਲੈਣ ਹੀ ਨਹੀਂ ਦਿੰਦੇ। ਪਰ ਇੱਕ ਜ਼ਰੂਰ ਹੋ ਸਕਦਾ ਹੈ ਕਿ ਜਦ ਇੱਥੇ ਸਟੂਡੈਂਟ ਪਰਮਾਨੈਂਟ ਰੈਜ਼ੀਡੈਂਸੀ ਲੈ ਲੈਂਦਾ ਹੈ ਤਾਂ ਉਹਨੂੰ ਅਡਲਟ ਐਜੂਕੇਸ਼ਨ ਦੇ ਤਹਿਤ ਉਹ ਇਹਨਾਂ ਕੋਰਸਾਂ ਨੂੰ ਪਾਰਟ ਟਾਈਮ ਦੇ ਤੌਰ ਦੇ ਉੱਤੇ ਵੀ ਕਰ ਸਕਦਾ ਹੈ।
ਫਿਰ ਕੀ ਹੈ ਕਿ ਕੈਨੇਡਾ ਵਿੱਚ ਦੇਖੋ, ਚਾਹੇ ਇਹਨੂੰ ਡੈਮੋਕ੍ਰੈਟਿਕ ਕਲੇਮ ਕੀਤਾ ਜਾਂਦਾ ਹੈ ਕਿ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਪਰ ਇੱਥੇ ਇੰਨੀ ਆਜ਼ਾਦੀ ਨਹੀਂ ਹੈ ਕਿ ਤੁਸੀਂ ਕਿਸੇ ਵੀ ਸੜਕ ਤੇ ਖੜ੍ਹ ਕੇ ਸੜਕ ਬਲੌਕ ਕਰ ਦਿਓ, ਕੋਈ ਵੀ ਚੌਂਕ ਤੇ ਖੜ੍ਹ ਕੇ ਮੁਰਦਾਬਾਦ ਕਰ ਦਿਓ। ਵੀ ਪ੍ਰੋਟੈਸਟ ਕਰਨ ਦਾ ਤਰੀਕਾ ਡਿਫਰੈਂਟ ਹੈ, ਜਿਹੜਾ ਕਿ ਮੈਂ ਇਸ ਵੀਡੀਓ 'ਚ ਅਖੀਰ 'ਚ ਤੁਹਾਨੂੰ ਦੱਸੂੰਗਾ। ਪਰ ਕਿਸਾਨ ਅੰਦੋਲਨ ਤੋਂ ਲੈ ਕੇ ਆਪਣੇ ਸਟੂਡੈਂਟ ਬਿਨਾਂ ਕਿਸੇ ਵਜ੍ਹਾ ਤੋਂ ਕੋਈ ਨਾ ਕੋਈ ਸਮੱਸਿਆ ਖੜੀ ਕਰਦੇ ਰਹਿੰਦੇ ਨੇ, ਜਿਨ ਨਾਲ ਟ੍ਰੈਫਿਕ ਜਾਮ ਹੁੰਦਾ ਹੈ, ਲੋਕਲ ਪਬਲਿਕ ਹਰੈਸ਼ਮੈਂਟ ਹੁੰਦੀ ਹੈ, ਅਤੇ ਜਿਹੜੇ ਵੋਟਰ ਜਿਹੜੇ ਉਹ ਲੋਕਲ ਲੋਕ ਨੇ ਉਹ ਫਿਰ ਕੀ ਕਰਦੇ ਆ, ਗੌਰਮੈਂਟ ਦੇ ਧੌਣ 'ਤੇ ਗੁੱਡਾ ਰੱਖ ਲੈਂਦੇ ਨੇ ਕਿ ਵੀ ਤੁਸੀਂ ਇਹ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਲੈ ਕੇ ਆਉਂਦੇ ਜੀ, ਜਿਹਦੇ ਕਰਕੇ ਸਾਡੇ ਦੇਸ਼ 'ਚ ਪ੍ਰੋਬਲਮ ਹੁੰਦੀ ਹੈ। ਹਰ ਹਫ਼ਤੇ 2 ਤੋਂ 3 ਮਰਡਰ ਜਿਹੜੇ ਆ ਉਹ ਆਪਣੀ ਇੰਡੀਅਨ ਕਮਿਊਨਿਟੀ ਦੇ ਲੋਕ ਇੱਥੇ ਕਰ ਲੈਂਦੇ ਨੇ, ਚਾਹੇ ਲੜਦੇ ਤਾਂ ਆਪਸ ਵਿੱਚ ਹੀ ਨੇ। ਪਰ ਜਿਵੇਂ ਹੁਣ ਦੇਖੋ ਵੀ ਇੱਥੇ ਰੀਸੈਂਟਲੀ 2 ਹਫ਼ਤੇ ਪਹਿਲਾਂ ਇੱਕ ਬਹੁਤ ਟੌਪ ਦਾ ਰਿਲੀਜੀਅਸ ਲੀਡਰ ਦੀ ਹੱਤਿਆ ਕਰ ਦਿੱਤੀ ਗਈ, ਜਿਹੜੀ ਕਿ ਅਵੋਇਡੇਬਲ ਸੀਗੀ, ਵੀ ਜਿਹਨੂੰ ਉਹੋ ਜਿਹਾ ਕੰਮ ਕਰਨ ਦੀ ਲੋੜ ਨਹੀਂ ਹੈ। ਸੋ ਉਹਦੇ ਨਾਲ ਸਾਡੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈ। ਫੋਰ ਐਗਜ਼ਾਮਪਲ ਵੀ ਕਿਉਂਕਿ ਇੰਡੀਆ ਤੋਂ ਸਟੂਡੈਂਟਸ ਆਉਂਦੇ ਨੇ, ਉਹਨਾਂ ਨੂੰ ਡਿਸਪਲਿਨ ਨਾਂ ਦੀ ਕੋਈ ਚੀਜ਼ ਨਹੀਂ ਆਉਂਦੀ। ਮੈਂ ਕਾਰ 'ਚ ਸਟੀਰੀਓ ਲਾਉਣਾ ਹੈ, ਸ਼ੀਸ਼ੇ ਥੱਲੇ ਕਰ ਲੈਣੇ ਆ, ਉੱਚੀ ਵੋਲੀਅਮ ਦੇ ਨਾਲ ਸੜਕ ਦੇ ਉੱਪਰ ਦੀ ਲੰਘਣਾ ਹੈ, ਰੈੱਡ ਲਾਈਟ ਨੂੰ ਕ੍ਰਾਸ ਕਰ ਜਾਣਾ ਹੈ। ਜੇ ਪੁਲਿਸ ਨੇ ਰੋਕਿਆ ਤਾਂ ਪੁਲਿਸ ਦੇ ਕਹੇ ਤੋਂ ਰੁਕਣਾ ਨਹੀਂ, ਉਹਨਾਂ ਨੇ ਉੱਥੋਂ ਭੱਜ ਜਾਣਾ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣੀ ਹੈ। ਜੇ ਸੜਕ ਕ੍ਰਾਸ ਕਰਨੀ ਹੈ ਤਾਂ ਜਿਹੜੀ ਜਗ੍ਹਾ ਸੜਕ ਕ੍ਰਾਸਿੰਗ ਲਈ ਬਣਾਈ ਗਈ ਹੈ ਉੱਥੋਂ ਦੀ ਨਹੀਂ ਕ੍ਰਾਸ ਕਰਨੀ। ਉਹਨਾਂ ਨੇ ਹੱਥ 'ਚ ਸੈੱਲਫੋਨ ਦੇ ਅਤੇ ਫੇਸਬੁੱਕ 'ਤੇ ਜਵਾਬ ਦੇ ਜਾਣਾ, ਉਹਨੇ ਖੱਬੇ ਸੱਜੇ ਪਰਵਾਹ ਨਹੀਂ ਕਰਨੀ। ਤੁਸੀਂ ਡੇ ਬਿਫੋਰ ਯੈਸਟਰਡੇ ਇੱਥੇ ਸੁਣ ਲਿਆ ਹੋਊਗਾ ਕਿ ਇੱਕ ਲੜਕੀ ਜਦ ਰਾਤ ਦੇ 11:30 ਵਜੇ ਸੜਕ ਕ੍ਰਾਸ ਕਰ ਰਹੀ ਸੀ ਤਾਂ ਉਹ ਇੱਕ ਕਾਰ ਵਾਲਾ ਉਹਦੇ 'ਚ ਆ ਕੇ ਵੱਜਾ ਅਤੇ ਉਸ ਲੜਕੀ ਦੀ ਡੈਥ ਹੋ ਗਈ। ਸੋ ਕੀ ਹੁੰਦਾ ਹੈ ਕਿ ਕੈਨੇਡਾ ਦੀ ਪਾਪੂਲੇਸ਼ਨ ਬਹੁਤ ਘੱਟ ਹੈ, ਇੱਥੇ ਲੋਕ ਡਿਸਪਲਿਨਡ ਨੇ ਅਤੇ ਸਾਨੂੰ ਡਿਸਪਲਿਨ ਦੇ ਵਿੱਚ ਰਹਿ ਕੇ ਹੀ ਚੱਲਣਾ ਹੋਵੇਗਾ। ਫਿਰ ਕੀ ਹੈ ਕਿ ਜਿਹੜਾ ਸਟੱਡੀ ਪਰਮਿਟ ਸੀਗਾ ਉਹਦੇ ਵਿਚਕਾਰ ਉੱਥੇ ਇਹ ਟੋਟਲੀ ਆਧਾਰਿਤ ਹੁੰਦਾ ਹੈ ਕਿ ਤੁਹਾਡੇ ਕੋਲ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ। ਕੈਨੇਡਾ ਦੀ ਸਰਕਾਰ ਇਹ ਵਿਸ਼ਵਾਸ ਕਰਕੇ ਚੱਲਦੀ ਹੈ ਕਿ ਜੇ ਕਿਸੇ ਸਟੂਡੈਂਟ ਨੇ ਭਾਰਤ ਤੋਂ ਪੁਲਿਸ ਵੈਰੀਫਿਕੇਸ਼ਨ ਕਰਾਈ ਹੈ ਤਾਂ ਉਹਦਾ ਰਿਕਾਰਡ ਕ੍ਰਿਮੀਨਲ ਨਹੀਂ ਹੈ। ਪਰ ਤੁਸੀਂ ਵੀ ਜਾਣਦੇ ਹੋ ਕਿ ਉੱਥੇ ਆਪਣੀ ਪੁਲਿਸ ਵੈਰੀਫਿਕੇਸ਼ਨ ਕਿਵੇਂ ਹੁੰਦੀ ਹੈ, ਅਤੇ ਉਹ ਪੁਲਿਸ ਵੈਰੀਫਿਕੇਸ਼ਨ ਜਾਲੀ ਕਰਵਾ ਕੇ ਉਹ ਕੈਨੇਡਾ 'ਚ ਆ ਜਾਂਦੇ ਨੇ। ਅਤੇ ਕੈਨੇਡਾ ਇੱਕ ਬਹੁਤ ਵੱਡਾ ਕੰਟਰੀ ਹੈ ਜਿੱਥੇ ਇੱਕ ਵਾਰ ਬੰਦਾ ਛੁਪ ਜੇ ਲੱਭਣਾ ਮੁਸ਼ਕਿਲ ਹੈ, ਅਤੇ ਉਹਨੂੰ ਜਿਹੜੀ ਪੁਲਿਸ ਹੈ ਉਹ ਸਿਰਫ ਜੇ ਕੋਈ ਕੰਪਲੇਂਟ ਕਰੇ ਤਾਂ ਹੀ ਐਕਟ ਕਰਦੀ ਹੈ, ਕਿਉਂਕਿ ਇਹਨਾਂ ਦਾ ਸੰਵਿਧਾਨ 'ਚ ਲਿਖਿਆ ਹੋਇਆ ਹੈ। ਹਾਂ, ਇਹਨਾਂ ਸਾਹਮਣੇ ਕੁਛ ਹੋਈ ਜਾਵੇ, ਦੇ ਆਰ ਨਾਟ ਗੋਇੰਗ ਟੂ ਡੂ ਐਨੀਥਿੰਗ, ਇਹ ਕੁਛ ਕਾਰਵਾਈ ਨਹੀਂ ਕਰਨਗੇ। ਹਾਂ, ਇਹਨਾਂ ਨੂੰ ਕੋਈ ਸ਼ਿਕਾਇਤ ਕਰੇਗਾ ਫਿਰ ਕਾਰਵਾਈ ਕਰਦੇ ਨੇ, ਅਤੇ ਤਦ ਤੱਕ ਤਾਂ ਇਨਸਾਨ ਕਿਤੇ ਦਾ ਕਿਤੇ ਲੰਘ ਗਿਆ ਹੁੰਦਾ ਹੈ। ਨੈਕਸਟ ਕੀ ਹੈ ਕਿ ਕੈਨੇਡਾ ਦੇ ਵਿੱਚ ਜਿਵੇਂ ਆਪਾਂ ਸ਼ਾਪਿੰਗ ਕਰਨ ਜਾਂਦੇ ਹਾਂ, ਕਿਸੇ ਦੁਕਾਨ 'ਤੇ ਜਾਂਦੇ ਹਾਂ, ਆਪਾਂ ਉੱਥੋਂ ਉਹੀ ਸਮਾਨ ਲੈਂਦੇ ਹਾਂ ਜਿਹੜੀ ਆਪਾਂ ਨੂੰ ਲੋੜ ਹੋਵੇ। ਹੁਣ ਭਾਰਤ ਦੇ ਵਿੱਚ ਅਨਇੰਪਲੋਇਮੈਂਟ ਕਿਉਂ ਹੈ? ਬੇਸਿਕਲੀ ਜਿਹੜੇ ਕੋਰਸ ਲੋਕਾਂ ਨੂੰ ਕਰਨੇ ਚਾਹੀਦੇ ਨੇ ਉਹ ਕਰਦੇ ਨਹੀਂ, ਆਪਦੀ ਮਰਜ਼ੀ ਦੇ ਨਾਲ ਉਹ ਕੋਈ BA ਕਰ ਗਿਆ, ਕੋਈ MA ਕਰ ਗਿਆ, PhD ਕਰ ਗਿਆ। ਕੈਨੇਡਾ ਦੀ ਸਰਕਾਰ ਨੂੰ ਲੇਬਰ ਫੋਰਸ ਚਾਹੀਦੀ ਹੈ, ਉਹਨੂੰ ਟੈਕਨੀਕਲ ਕਾਮੇ ਚਾਹੀਦੇ ਨੇ ਜਿਹੜੇ ਕਿ ਕੰਸਟਰਕਸ਼ਨ ਵਿੱਚ ਕੰਮ ਕਰ ਸਕਣ। ਆਫਕੋਰਸ ਇੱਥੇ ਕੰਸਟਰਕਸ਼ਨ ਉਸ ਟਾਈਪ ਦੀ ਨਹੀਂ ਹੈ ਜਿਹੋ ਜਿਹੀ ਇੰਡੀਆ 'ਚ ਹੁੰਦੀ ਹੈ, ਅਤੇ ਮਸ਼ੀਨਰੀ ਨਾਲ ਟੋਟਲੀ ਕੰਮ ਹੁੰਦਾ ਹੈ। ਇੱਥੇ ਕਾਰਪੈਂਟਰ, ਵੈਲਡਰ, ਡੀਜ਼ਲ ਮਕੈਨਿਕ, ਪਲੰਬਰ, ਨਰਸਿਸ, ਡਾਕਟਰਸ, ਵਕੀਲ, ਵੀ ਜਿੱਥੇ ਵੀ ਜ਼ਿਆਦਾ ਪੜ੍ਹਾਈ ਦੀ ਲੋੜ ਹੈ ਉਹ ਸਾਰੇ ਕੰਮ ਲਈ ਇਹਨਾਂ ਨੂੰ ਵਰਕਰਸ ਚਾਹੀਦੇ ਨੇ। ਅਤੇ ਆਪਣੇ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਵਿਚਾਰਿਆਂ ਨੂੰ ਨਾ ਤਾਂ ਇਹਨਾਂ ਕੋਰਸਾਂ ਬਾਰੇ ਜਾਣਕਾਰੀ ਹੁੰਦੀ ਹੈ, ਨਾ ਉਹ ਇਹਦੇ ਦਾਖਲਾ ਲੈਂਦੇ ਨੇ। ਈਵਨ ਪੱਕੇ ਹੋਣ ਤੋਂ ਬਾਅਦ ਵੀ ਉਹ ਇਹ ਕੋਰਸ ਨਹੀਂ ਕਰਦੇ। ਨਤੀਜੇ ਵਜੋਂ ਜਿਹੜੇ ਆ ਉਹਨਾਂ ਨੂੰ ਪੱਕੇ ਹੋਣ ਲਈ ਟਾਈਮ ਜ਼ਿਆਦਾ ਲੱਗਦਾ ਹੈ, ਕਿਉਂਕਿ ਜਿਹੜੀ ਲੋਕ ਵਰਕਫੋਰਸ ਐਕਸੈਸ ਵਿੱਚ ਹੈ ਉਹਨਾਂ ਨੂੰ ਕੈਨੇਡਾ ਜਲਦੀ ਦੇ ਨੇ ਪੱਕਾ ਨਹੀਂ ਹੋਣ ਦਿੰਦੀ, ਅਤੇ ਜਿਨ੍ਹਾਂ ਦੀ ਲੋੜ ਹੈ ਉਹਨਾਂ ਨੂੰ ਪੱਕਿਆਂ ਜਲਦੀ ਕਰਦੀ ਹੈ,
ਪਰ ਉਹ ਆਪਣੇ ਸਟੂਡੈਂਟ ਜਿਹੜੇ ਆ ਉਹ ਕੋਰਸ ਅਡਾਪਟ ਨਹੀਂ ਕਰਦੇ। ਦੂਜਾ ਕੀ ਹੁੰਦਾ ਹੈ ਕਿ ਦੇਖੋ ਇਹ ਇੱਥੇ ਵੀ ਇਲੈਕਸ਼ਨ ਹੁੰਦੇ ਨੇ, ਇੱਥੇ ਪੋਲੀਟੀਕਲ ਪਾਰਟੀ ਹੈ, ਇੱਥੇ ਅਪੋਜੀਸ਼ਨ ਪਾਰਟੀ ਹੈ। ਆਪਣੇ ਜ਼ਿਆਦਾ ਸਟੂਡੈਂਟ ਕੀ ਕਰਦੇ ਨੇ, ਉਹ ਜਾਂ ਤਾਂ ਬਰੈਂਪਟਨ ਜਾਂਦੇ ਨੇ ਜਾਂ ਬ੍ਰਿਟਿਸ਼ ਕੋਲੰਬੀਆ 'ਚ ਸਰੀ ਚਾਹੁੰਦੇ ਨੇ। ਹੁਣ ਸਮੱਸਿਆ ਕੀ ਹੋ ਰਹੀ ਹੈ ਕਿ ਦੋਨੋਂ ਸ਼ਹਿਰਾਂ ਦੇ ਵਿਚਕਾਰ ਘਰਾਂ ਦੀ ਕੀਮਤ ਘੱਟ ਤੋਂ ਘੱਟ ਵੀ 20 ਤੋਂ 30 ਲੱਖ ਡਾਲਰ 20 ਤੋਂ 30 ਲੱਖ ਡਾਲਰ ਹੋ ਚੁੱਕੀ ਹੈ, ਤੇ ਇੱਕ ਬੇਸਮੈਂਟ ਦਾ ਕਿਰਾਇਆ ਉਹ $1,500 ਤੋਂ $2,000 ਹੋ ਚੁੱਕਾ ਹੈ। 2 ਬੈਡਰੂਮ ਬੇਸਮੈਂਟ ਹੁੰਦੀ ਹੈ। ਹੁਣ ਹੁੰਦਾ ਕੀ ਹੈ ਕਿ ਜਿਹੜੇ ਵਰਕਰਸ ਦੀ ਤਨਖਾਹ ਘੱਟ ਹੈ ਜਾਂ ਮੀਡੀਓਕਰ ਹੈ, ਉਹ ਇੱਥੇ ਗੁਜ਼ਾਰਾ ਹੀ ਨਹੀਂ ਕਰ ਸਕਦੇ। ਉਹ ਫਿਰ ਕੀ ਹੈ ਕਿ ਬੀਇੰਗ ਵੋਟਰ ਉਹਨਾਂ ਕੋਲ ਪਾਵਰ ਹੈ, ਉਹ ਫਿਰ ਜਿਹੜੇ ਲੋਕਲ ਮੈਂਬਰ ਪਾਰਲੀਮੈਂਟ ਹੈ ਜਾਂ MLA ਹੈ ਉਹਦੇ ਵਿਰੁੱਧ ਰੌਲਾ ਪਾਉਂਦੇ ਨੇ, ਤੇ ਉਹਨਾਂ ਨੂੰ ਅਗਾਂਹ ਸਰਕਾਰ ਦੇ ਕੋਲੇ ਉਹਨਾਂ ਦੀ ਆਵਾਜ਼ ਪਹੁੰਚਾਉਣੀ ਪੈਂਦੀ ਹੈ। ਸੋ ਮੇਰੇ ਕਹਿਣ ਤੋਂ ਕੀ ਭਾਵ ਹੈ ਕਿ ਸਟੱਡੀ ਵੀਜ਼ੇ ਤੇ ਸਿਰਫ ਉਹੀ ਆਓ ਜਿਨ੍ਹਾਂ ਨੇ ਇੱਥੇ ਪੜ੍ਹਨਾ ਹੈ, ਕਿਉਂਕਿ ਇਹਦੇ ਉੱਤੇ ਖਰਚਾ ਬਹੁਤ ਹੋ ਜਾਂਦਾ ਹੈ। ਦੇਖੋ 2 ਸਾਲਾਂ ਦੇ ਵਿਚਕਾਰ ਲਗਭਗ ਵੀ 40 ਲੱਖ ਰੁਪਇਆ ਇੱਕ ਸਟੱਡੀ ਪਰਮਿਟ ਇੱਕ ਸਟੂਡੈਂਟ ਤੇ ਲੱਗ ਜਾਂਦਾ ਹੈ। ਈਵਨ ਜਿਹੜੇ ਲੋਕਲ ਇੱਥੇ ਕੈਨੇਡਾ ਬੌਰਨ ਬੱਚੇ ਨੇ, ਉਹਨਾਂ ਦੀ ਵੀ ਪੜ੍ਹਾਈ ਦੇ ਉੱਤੇ ਖਰਚਾ ਹਾਇਰ ਲੈਵਲ ਤੇ ਬਹੁਤ ਜ਼ਿਆਦਾ ਹੈ, ਜਦਕਿ 10+2 ਤੱਕ ਐਜੂਕੇਸ਼ਨ ਫ੍ਰੀ ਹੁੰਦੀ ਹੈ। ਜੇ ਕਿਸੇ ਨੇ ਕੰਮ ਕਰਨ ਆਉਣਾ ਹੈ, ਨੌਕਰੀ ਕਰਨ ਆਉਣਾ ਹੈ, ਤਾਂ ਉਹਨੂੰ ਵਰਕ ਪਰਮਿਟ ਜਾਂ LMIA ਬੇਸ ਤੇ ਆਉਣ ਦੀ ਲੋੜ ਹੈ। ਉਹਨਾਂ ਨੂੰ ਵੀ ਇਹ 2 ਸ਼ਹਿਰ ਸਕਿਪ ਕਰਨੇ ਚਾਹੀਦੇ ਨੇ, ਕਿਉਂਕਿ ਬਾਕੀ ਸ਼ਹਿਰਾਂ 'ਚ ਮਕਾਨ ਵੀ ਸਸਤੇ ਨੇ, ਕਿਰਾਇਆ ਵੀ ਸਸਤਾ ਹੈ, ਤੇ ਉੱਥੇ ਰਹਿਣ ਸਹਿਣ ਵੀ ਸਸਤਾ ਹੈ, ਟ੍ਰੈਫਿਕ ਵੀ ਘੱਟ ਹੈ। ਸੋ ਇਸ ਤਰੀਕੇ ਨਾਲ ਬਹੁਤ ਸਾਰੇ ਹੋਰ ਵੀ ਕਾਰਨ ਨੇ, ਪਰ ਉਹਦੇ ਨਾਲ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੇ ਉਹਨੂੰ ਅਸੀਂ ਫੇਸ 2 ਵਿਚਕਾਰ ਕਵਰ ਅਪ ਕਰਾਂਗੇ। ਸੋ ਜੇਕਰ ਤੁਸੀਂ ਹੋਰ ਕੋਈ ਜਾਣਕਾਰੀ ਲੈਣਾ ਚਾਹੋ, ਸਾਡਾ ਕੈਨੇਡਾ ਦੇ ਲੋਕਾਂ ਨੇ ਇੱਕ ਪਟਿਆਲੇ ਦਫ਼ਤਰ ਬਣਾ ਕੇ ਦਿੱਤਾ ਹੈ, ਜਿਹਦਾ ਫ਼ੋਨ ਨੰਬਰ ਹੈ 9815101148, ਤੇ ਇਹ ਤੁਸੀਂ ਵਰਕਿੰਗ ਡੇ ਵਾਲੇ ਦਿਨ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉੱਥੇ ਫ਼ੋਨ ਕਰਕੇ ਉਹਨਾਂ ਨਾਲ ਗੱਲ ਕਰ ਸਕਦੇ ਜੀ। ਜੇ ਉਹ ਤੁਹਾਨੂੰ ਨਹੀਂ ਪ੍ਰੋਪਰ ਇਨਫੋਰਮੇਸ਼ਨ ਦਿੰਦੇ ਤਾਂ ਤੁਸੀਂ ਸੈਟਰਡੇ ਸੰਡੇ ਇੰਡੀਆ 'ਚ ਸ਼ਾਮ ਦੇ 8 ਵਜੇ ਤੋਂ ਬਾਅਦ ਕੈਨੇਡਾ 'ਚ ਮੇਰੇ ਨਾਲ ਗੱਲ ਕਰ ਸਕਦੇ ਜੀ। ਉਹਨਾਂ ਦਾ ਮੇਰਾ ਫ਼ੋਨ ਨੰਬਰ ਤੁਹਾਨੂੰ ਉਹਨਾਂ ਕੋਲੋਂ ਮਿਲ ਸਕਦਾ ਹੈ। Please stay connected. Thank you very much. Nice to hear from you.